ਜਿਹੜੀ ਬਹੁਤ ਕਹਿੰਦੀ ਸੀ ਵੀ ਪਾਰਟੀ ਜਿਹੜੀ ਪਹਿਲਾਂ ਸਾਡੇ ਮਗਰ ਲੇੜੜੇ ਕੱਢਦੀ ਫਿਰਦੀ ਸੀ, ਅੱਜ ਉਹਨੇ ਵਕੀਲ ਖੜੇ ਕਰਤੇ ਉੱਥੇ। ਚੋਣ ਕਮਿਸ਼ਨ ਨੇ ਸੰਯੁਕਤ ਕਿਸਾਨ ਮੋਰਚੇ ਦੀ ਵਜ੍ਹਾ ਕਰਕੇ ਪਾਰਟੀ ਬਣਾਉਣ ਦੇ ਕਰਕੇ ਤਰੀਕਾਂ ਦੇ ਵਿੱਚ ਫੇਰਬਦਲ ਕੀਤਾ। ਇਲਜ਼ਾਮ ਹੋਰ ਪਾਰਟੀ ਨਹੀਂ ਲਿਆ, ਪਰ ਆਮ ਆਦਮੀ ਪਾਰਟੀ ਨੇ ਤੁਹਾਡੇ ਤੇ ਲਾਏ ਨੇ। ਜੀ ਨਿਊਜ਼ ਤੇ ਸੀ, ਉੱਥੇ ਸਰਵੇ ਦਿਖਾ ਰਹੇ ਸੀ ਇੰਨੀਆਂ ਸੀਟਾਂ। ਮੈਂ ਕਿਹਾ ਤੁਸੀਂ ਇਹ ਤਾਂ ਦੇਖੋ ਵੀ ਸੰਯੁਕਤ ਸਮਾਜ ਮੋਰਚੇ ਦੀਆਂ ਤਾਂ ਅਜੇ ਟਿਕਟਾਂ ਅਨਾਉਂਸ ਕਰਨ ਦਿਓ, ਆਫਟਰ ਅ ਵੀਕ ਆਪਾਂ ਬੈਠਾਂਗੇ। ਮੈਂ ਕਿਹਾ ਦੁਬਾਰਾ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਵਕੀਲ ਖੜੇ ਕੀਤੇ ਹੋਏ ਨੇ, ਉਹ ਕਿਹੜੀ ਵਜ੍ਹਾ ਕਰਕੇ ਕਰ ਲਏ ਉਹਨਾਂ ਨੇ? ਉਹ ਕਹਿੰਦੇ ਵੀ ਇਹਨਾਂ ਨੂੰ ਅਸੀਂ ਪਾਰਟੀ ਰਜਿਸਟਰ ਨਹੀਂ ਹੋਣ ਦੇਣੀ, ਡਰ ਪੈ ਗਏ ਨਾ। ਰਾਘਵ ਚੱਡਾ ਜੀ ਨੂੰ ਮੈਂ ਪੁੱਛੂੰਗਾ ਵੀ 101 ਪਿੰਡਾਂ ਦੇ ਨਾਂ ਗਿਣਾ ਦੇਣ ਪੰਜਾਬ ਦੇ, ਤੇ ਕਿਸੇ ਪਿੰਡ ਦੇ ਇੱਕ ਦੀ ਮੁਸ਼ਕਲ ਦੱਸ ਦੇਣ। ਪ੍ਰੈਸ ਕਾਨਫਰੰਸਾਂ ਕਰਨ ਨਾਲ ਇਲੈਕਸ਼ਨ ਨਹੀਂ ਜਿੱਤੇ ਜਾਂਦੇ, ਲੋਕਾਂ ਦੇ ਦਿਲਾਂ ਵਿੱਚ ਵੜਨਾ ਪੈਂਦਾ, ਲੋਕਾਂ ਦੇ ਮੁੱਦਿਆਂ ਲਈ ਲੜਨਾ ਪੈਂਦਾ। ਹੁਣ ਵੀ ਮੈਨੀਫੈਸਟੋ 'ਚ ਬੜਾ ਕੁਝ ਚੱਲ ਰਿਹਾ, 1000 2000 5000 ਬੋਲੀ ਲਾ ਰਹੇ ਹੋ ਪੰਜਾਬੀਆਂ ਦੀ। ਯਾਰ ਤੁਸੀਂ ਦੇਖ ਲਿਓ, ਬੜੇ ਕੈਂਡੀਡੇਟ ਜਾਂਦੇ ਹੋਣੇ ਆ, ਅਸੀਂ ਜਾ ਕੇ ਉਹਨਾਂ ਨੂੰ ਜਦੋਂ ਆਪਦਾ ਫੜਾਉਂਦੇ ਆ, ਡਿਟੇਲਸ ਫੜਾਉਂਦੇ ਆ, ਉਹ ਇੱਕ ਵਾਰੀ ਦੇਖ ਕੇ ਉਹ ਦਰਵਾਜ਼ੇ ਤੋਂ ਬਾਹਰ ਆ ਕੇ ਸਾਡੇ ਨਾਲ ਗੱਲ ਕਰਨ ਲੱਗ ਜਾਂਦੇ ਆ। ਚੰਗਾ, ਤੇ ਹੁਣ ਲੋਕ ਦੇਖੋ ਬੜੇ ਜਲਦੀ ਵਧੀਆ ਰਿਜ਼ਲਟ ਆਉਣਗੇ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਕਰਨਵੀਰ ਸਿੰਘ। ਪੰਜਾਬ ਦੇ ਵਿੱਚ ਚੋਣਾਂ ਦੇ ਕਰਕੇ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹੋ ਗਈਆਂ ਨੇ। ਭਾਵੇਂ ਵਿਰੋਧੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਵਾਲੀ ਰਾਜਨੀਤੀ ਖੇਡੀ ਜਾ ਰਹੀ ਹੈ। ਕਿਤੇ ਉਮੀਦਵਾਰਾਂ ਦੇ ਵਿੱਚ ਲੜਾਈ ਹੈ, ਤੇ ਇਸ ਦੇ ਵਿੱਚ ਹੀ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ। ਭਾਵੇਂ ਹੁਣ ਕਿਸਾਨਾਂ ਤੋਂ ਸਿਆਸੀ ਧਿਰ ਬਣ ਗਈ ਹੈ, ਜਿਸ ਦੀ ਵਜ੍ਹਾ ਕਰਕੇ ਹੁਣ ਕਾਫੀ ਜ਼ਿਆਦਾ ਉਂਗਲੀਆਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਨੇ। ਕਈ ਉਮੀਦਵਾਰਾਂ ਦੇ ਵਿੱਚ ਟਿਕਟਾਂ ਨੂੰ ਲੈ ਕੇ ਰੌਲਾ ਹੈ, ਪਰ ਨਾਲ ਦੀ ਨਾਲ ਵੱਡੀ ਖਬਰ ਹੈ ਉਹ ਇਹ ਸੀ ਕਿ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਜੋ ਕਾਗਜ਼ਾਤ ਚੋਣ ਕਮਿਸ਼ਨ ਨੂੰ ਭੇਜੇ ਗਏ ਸਨ, ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ। ਵਜ੍ਹਾ ਕਿ ਇਹਦੇ ਵਿੱਚ ਕੋਈ ਤਕਨੀਕੀ ਫਾਲਟ ਹੈਗੇ ਨੇ, ਪਰ ਅਸਲੀਅਤ ਕੀ ਹੁੰਦੀ ਹੈ ਕਈ ਵਾਰ ਦੂਜੀ ਧਿਰ ਬਾਰੇ ਵੀ ਸੋਚਣਾ ਪੈਂਦਾ। ਸੋ ਸਾਡੇ ਨਾਲ ਸੰਯੁਕਤ ਸਮਾਜ ਮੋਰਚੇ ਦੇ ਬੁਲਾਰੇ ਅਤੇ ਮੋਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਵੀਰ ਜੀ ਨੂੰ ਦਾ ਸਵਾਗਤ ਕਰਦੇ ਹਾਂ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਜੀ। ਇਲੈਕਸ਼ਨਾਂ ਦੀ ਤਿਆਰੀ ਚੱਲ ਰਹੀ ਹੈ, ਕੈਂਪੇਨ ਸ਼ੁਰੂ ਹੋ ਗਈ ਹੈ, ਪਰ ਹਾਲੇ ਤੱਕ ਇਹ ਨਹੀਂ ਪਤਾ ਪਾਰਟੀ ਰਜਿਸਟਰ ਹੋਊਗੀ ਜਾਂ ਨਹੀਂ ਹੋਊਗੀ, ਸਾਰਿਆਂ ਨੂੰ ਇੱਕ ਚੋਣ ਨਿਸ਼ਾਨ ਮਿਲੂਗਾ ਜਾਂ ਸਾਰਿਆਂ ਨੂੰ ਅੱਡ ਹੋਊਗਾ। ਇਹਦੇ ਵਿੱਚ ਕੋਈ ਸਿਆਸੀ ਰੰਜਿਸ਼ ਮੰਨਦੇ ਹੋ ਕਿ ਜਾਂ ਵਾਕਈ ਤੁਹਾਡੇ ਕੋਲੋਂ ਗਲਤੀ ਹੋਈ ਹੈ? ਨਹੀਂ, ਦੇਖੋ ਗਲਤੀ ਸਾਡੇ ਲਈ ਸਾਰੀ ਚੀਜ਼ਾਂ ਇਹ ਨਵੀਆਂ ਹੈ, ਤੇ ਇੱਕ ਸਾਡੇ ਕੋਲ ਟਾਈਮ ਸਪੈਨ ਬਹੁਤ ਘੱਟ ਸੀਗਾ। ਉਹਦੇ ਵਿੱਚ ਜਿੰਨੇ ਡਾਕੂਮੈਂਟਸ ਅਸੀਂ ਗੈਦਰ ਕਰਕੇ ਭੇਜੇ, ਕੁਛ 2-4 ਡਾਕੂਮੈਂਟਸ ਜਿਹੜੇ ਚੋਣ ਕਮਿਸ਼ਨ ਨੇ ਹੋਰ ਮੰਗੇ ਆ, ਉਹ ਵੀ ਅਸੀਂ ਸਾਡੀ ਲੀਗਲ ਟੀਮ ਲੱਗੀ ਵੀ ਹੈ, ਤੇ ਆਈ ਥਿੰਕ ਬਾਏ ਡੇ ਆਫਟਰ ਟਮੋਰੋ ਅਸੀਂ ਉਹ ਡਿਪੋਜ਼ਿਟ ਦੁਬਾਰਾ ਕਰਾ ਦਿਆਂਗੇ। ਇਹਦੇ 'ਚ ਇੱਕ ਹੀ ਗੱਲ ਹੈ ਵੀ ਜਿਹੜੀ ਬਹੁਤ ਕਹਿੰਦੀ ਸੀ ਵੀ ਪਾਰਟੀ ਜਿਹੜੀ ਪਹਿਲਾਂ ਸਾਡੇ ਮਗਰ ਲੇੜੜੇ ਕੱਢਦੀ ਫਿਰਦੀ ਸੀ, ਅੱਜ ਉਹਨੇ ਵਕੀਲ ਖੜੇ ਕਰਤੇ ਉੱਥੇ। ਨਹੀਂ, ਇਲਜ਼ਾਮ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਲਗਾਏ ਗਏ ਸੀ ਵੀ ਚੋਣ ਕਮਿਸ਼ਨ ਨੇ ਸੰਯੁਕਤ ਕਿਸਾਨ ਮੋਰਚੇ ਦੀ ਵਜ੍ਹਾ ਕਰਕੇ ਪਾਰਟੀ ਬਣਾਉਣ ਦੇ ਕਰਕੇ ਤਰੀਕਾਂ ਦੇ ਵਿੱਚ ਫੇਰਬਦਲ ਕੀਤਾ। ਇਲਜ਼ਾਮ ਹੋਰ ਪਾਰਟੀ ਨਹੀਂ ਲਿਆ, ਪਰ ਆਮ ਆਦਮੀ ਪਾਰਟੀ ਨੇ ਤੁਹਾਡੇ ਤੇ ਲਾਏ ਨੇ। 21 ਅਕਤੂਬਰ 2021 ਦੀ ਗੱਲ ਹੈ, ਜਦੋਂ ਆਪਣੇ ਇਹ ਇਲੈਕਸ਼ਨ ਹੁੰਦੇ ਆ ਤੁਹਾਡੇ ਵੈਸਟ ਬੰਗਾਲ ਤੇ ਉੱਥੇ ਸਾਰੇ, ਉਦੋਂ ਵੀ ਸੇਮ ਰਿਲੈਕਸੇਸ਼ਨ ਦਿੱਤੀਆਂ ਗਈਆਂ ਸੀਗੀਆਂ 7 ਡੇਜ਼ ਦੀਆਂ। ਅਕੋਰਡਿੰਗਲੀ ਜਿਹੜਾ ਕੁਛ ਇਹ ਕਰਦੀ ਹੈ, ਕਿਉਂਕਿ ਜਿਹੜੀ ਆਪਣੀ ਇਲੈਕਸ਼ਨ ਕਮਿਸ਼ਨ ਹੈ ਇੱਕ ਆਪਦਾ ਇੰਡੀਵਿਜੂਅਲ ਅਦਾਰਾ ਹੈ, ਉਹਦੇ ਤੇ ਕਿਸੇ ਦਾ ਦਬਾਅ ਨਹੀਂ। ਉਹਨੇ ਜੇ ਕੁਛ ਚੇਂਜਸ ਕੀਤੀਆਂ ਤਾਂ ਕਿਸੇ ਮੱਦੇ ਨਜ਼ਰ ਰੱਖਦੇ ਕੀਤੀਆਂ ਹੋਣਗੀਆਂ, ਇਕੱਲੇ ਸਾਡੇ ਲਈ ਨਹੀਂ ਕੀਤੀਆਂ ਹੋਣੀਆਂ। ਦੂਸਰੀ ਗੱਲ, ਅਸੀਂ ਆਲਰੇਡੀ ਫਾਈਲ ਕਰ ਚੁੱਕੇ ਹਾਂ ਨੋਮੀਨੇਸ਼ਨ ਬਿਫੋਰ, ਜਦੋਂ ਸਾਡਾ ਆਪਣਾ ਕੋਡ ਲੱਗਿਆ ਸੀ ਉਸ ਤੋਂ ਪਹਿਲਾਂ ਹੀ ਸਾਡੀ ਫਾਈਲ ਤਾਂ ਚਲੀ ਗਈ ਸੀਗੀ। ਸੋ ਕਿਤੇ ਨਾ ਕਿਤੇ ਜਦੋਂ ਉਹਨਾਂ ਨੂੰ ਲੱਗਿਆ ਵੀ ਸਾਡਾ ਪੋਲੀਟੀਕਲ ਗਰਾਊਂਡ ਖਿਸਕ ਰਿਹਾ, ਸਾਡੇ ਲੋਕ ਜਿਹੜੇ ਅਸੀਂ ਲੋਕਾਂ ਨੂੰ ਇੱਕ ਬੜੇ ਝੂਠੇ ਵਾਅਦੇ ਕਰਦੇ ਸੀਗੇ, ਜਾਂ ਜਿਹੜੀਆਂ ਇੱਕ ਸਰਵੇ ਕਰਾ ਦਿੰਦੇ ਸੀ, ਪਿਛਲੀ ਵਾਰ ਲਾਏ ਸੀ ਸਰਵੇ ਦੇ ਬੋਰਡ ਵੀ 100 ਵੋਟਾਂ ਆਉਣਗੀਆਂ ਸੀ ਵੋਟਰ, ਐਤਕੀ ਇੱਕ ਨਵੇਂ ਬੋਰਡ ਲਾ ਦੇਣੇ ਇਹਨਾਂ ਨੇ 60-70 ਸੀਟਾਂ ਦੇ। ਉਹ ਐਂ ਕਦੇ ਸਰਵੇ ਹੁੰਦੇ ਆ? ਲੋਕਾਂ ਨੇ ਅਜੇ ਤਾਂ ਸਾਡੀਆਂ ਤਾਂ ਟਿਕਟਾਂ ਅਨਾਉਂਸ ਹੋ ਰਹੀਆਂ, ਜੇ ਆਉਣ ਦਿਓ ਦਿਨ। ਕੱਲ੍ਹ ਮੈਂ ਜੀ ਨਿਊਜ਼ ਤੇ ਸੀ, ਉੱਥੇ ਸਰਵੇ ਦਿਖਾ ਰਹੇ ਸੀ ਇੰਨੀਆਂ ਸੀਟਾਂ। ਮੈਂ ਕਿਹਾ ਤੁਸੀਂ ਇਹ ਤਾਂ ਦੇਖੋ ਵੀ ਸੰਯੁਕਤ ਸਮਾਜ ਮੋਰਚੇ ਦੀਆਂ ਤਾਂ ਅਜੇ ਟਿਕਟਾਂ ਅਨਾਉਂਸ ਕਰਨ ਦਿਓ, ਆਫਟਰ ਅ ਵੀਕ ਆਪਾਂ ਬੈਠਾਂਗੇ। ਮੈਂ ਕਿਹਾ ਦੁਬਾਰਾ ਸਰਵੇ ਤਾਂ ਲੋਕਾਂ ਨੇ ਫੇਲ ਕਰ ਦੇਣੇ ਇਸ ਵਾਰ। ਵਕੀਲ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਵਕੀਲ ਖੜੇ ਕੀਤੇ ਹੋਏ ਨੇ, ਉਹ ਕਿਹੜੀ ਵਜ੍ਹਾ ਕਰਕੇ ਕਰ ਲਏ ਉਹਨਾਂ ਨੇ? ਉਹ ਕਹਿੰਦੇ ਵੀ ਇਹਨਾਂ ਨੂੰ ਅਸੀਂ ਪਾਰਟੀ ਰਜਿਸਟਰ ਨਹੀਂ ਹੋਣ ਦੇਣੀ, ਡਰ ਪੈ ਗਏ ਨਾ, ਮਨ ਵਿੱਚ ਭੈ ਪੈ ਗਿਆ ਵੀ ਕਿਤੇ ਜੇ ਇਹਨਾਂ ਦੀ ਪਾਰਟੀ ਰਜਿਸਟਰ ਹੋ ਗਈ ਜਾਂ ਇਹਨਾਂ ਨੂੰ ਚੋਣ ਨਿਸ਼ਾਨ ਮਿਲ ਗਿਆ ਜਿਹੜਾ, ਤੇ ਇਹ ਫਾਈਟ ਕਰਦੇ ਆ ਤਾਂ ਲੋਕਾਂ ਨੇ ਤਾਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਜੀ। ਪਿੰਡਾਂ ਦੇ ਵਿੱਚ ਕਈ ਪਿੰਡ ਇਹੋ ਜਿਹੇ ਹੋਣਗੇ ਪੰਜਾਬ ਦੇ ਵਿੱਚ ਜਿੱਥੇ ਉਹਨਾਂ ਦਾ ਬੂਥ ਤੱਕ ਨਹੀਂ ਲੋਕਾਂ ਨੇ ਲੱਗਣ ਦੇਣੇ, ਕਿਉਂਕਿ ਬੜੇ ਮਸਲੇ ਹੈ। ਦੂਸਰੀ ਗੱਲ, ਜਿਹੜੇ ਵਾਗਡੋਰ ਸਾਂਭ ਰਹੇ ਆ ਪੰਜਾਬ ਦੀ, ਰਾਘਵ ਚੱਡਾ ਜੀ ਨੂੰ ਮੈਂ ਪੁੱਛੂੰਗਾ ਵੀ 101 ਪਿੰਡਾਂ ਦੇ ਨਾਂ ਗਿਣਾ ਦੇਣ ਪੰਜਾਬ ਦੇ। 12,729 ਪਿੰਡ ਹੈ, 101 ਪਿੰਡਾਂ ਦੇ ਨਾਂ ਦੱਸ ਦੇਣ ਵੀ ਆਹ ਪਿੰਡ ਹੈ, ਤੇ ਕਿਸੇ ਪਿੰਡ ਦੇ ਇੱਕ ਦੀ ਮੁਸ਼ਕਲ ਦੱਸ ਦੇਣ। ਇਹ ਦੱਸ ਦੇਣ ਵੀ ਆਪਣਾ ਕਿੰਨਾ ਪਾਣੀ ਦਿੱਲੀ ਵੱਲ ਜਾਂਦਾ,
ਕਿੰਨਾ ਰਾਜਸਥਾਨ ਵੱਲ ਜਾਂਦਾ, ਕੀ ਪੰਜਾਬ ਦੇ ਮੁੱਦੇ ਆ, ਕਿਹੜੇ ਹਲਕੇ 'ਚ ਆਪਣਾ ਜਿਹੜਾ ਹੈਗਾ ਵਾਟਰ ਟੇਬਲ ਡਿਪਲੀਟ ਹੋ ਰਿਹਾ, ਡਾਈਵਰਸੀਫਿਕੇਸ਼ਨ ਲਈ ਤੁਹਾਡੇ ਕੀ ਮੁੱਦੇ ਆ, ਫਾਰਮਰ ਦੀ ਇਨਕਮ ਡਬਲ ਕਰਨ ਲਈ ਕੀ ਮੁੱਦੇ ਆ। ਸਿਰਫ ਪ੍ਰੈਸ ਕਾਨਫਰੰਸਾਂ ਕਰਨ ਨਾਲ ਇਲੈਕਸ਼ਨ ਨਹੀਂ ਜਿੱਤੇ ਜਾਂਦੇ, ਲੋਕਾਂ ਦੇ ਦਿਲਾਂ ਵਿੱਚ ਵੜਨਾ ਪੈਂਦਾ, ਲੋਕਾਂ ਦੇ ਮੁੱਦਿਆਂ ਲਈ ਲੜਨਾ ਪੈਂਦਾ। ਲੋਕਾਂ ਲਈ ਲੜਨਾ, ਸਵਾ ਸਾਲ ਦੇ ਵਿੱਚ ਲੋਕਾਂ ਨੇ ਜੋ ਸਾਡੇ ਤੇ ਵਿਸ਼ਵਾਸ ਕੀਤਾ ਸੀ, ਸਾਨੂੰ ਇੱਕ ਵਿਸ਼ਵਾਸ ਕਰਕੇ ਤੋਰਿਆ ਸੀ, ਲੋਕਾਂ ਨੇ ਅੰਦੋਲਨ ਖੜਾ ਕੀਤਾ। ਉਹ ਅੰਦੋਲਨ ਸਵਾ ਸਾਲ ਦੇ ਵਿੱਚ ਲੋਕਾਂ ਨੂੰ ਆਪਾਂ ਜਿੱਤ ਕੇ ਜਾਂ ਉਹ ਜਿਹੜੇ ਬਿੱਲ ਸੀ ਉਹਨਾਂ ਨੂੰ ਰੱਦ ਕਰਾ ਕੇ ਵਾਪਸ ਆਏ ਆ। ਸੋ ਜੋ ਚੀਜ਼ਾਂ ਸਾਡੇ ਤੋਂ ਐਕਸਪੈਕਟ ਕੀਤੀਆਂ ਸੀ ਅਸੀਂ ਆਲਰੇਡੀ ਡਿਲੀਵਰ ਕਰ ਚੁੱਕੇ ਹਾਂ। ਜੇ ਹੁਣ ਸਾਡੇ ਤੋਂ ਕੋਈ ਐਕਸਪੈਕਟੇਸ਼ਨਸ ਹੋਣੀਆਂ ਅਸੀਂ 200% ਡਿਲੀਵਰ ਕਰਾਂਗੇ। ਬਰਾੜ ਜੀ, ਇਹ ਤਾਂ ਗੱਲ ਰਹੀ ਚੋਣ ਕਮਿਸ਼ਨ ਨੇ ਦੇਖੋ ਗਲਤੀਆਂ ਹੋ ਗਈਆਂ ਹੋਣਗੀਆਂ, ਆਪਾਂ ਦੁਰਸਤ ਕਰਨ ਲਈ ਭੇਜਤਾ, ਰਜਿਸਟਰ ਹੋ ਜੂ। ਪਰ ਵੱਡਾ ਇੱਕ ਹੁਣ ਸਵਾਲ ਇਹ ਵੀ ਹੈ ਨਾ ਕਿ ਪਹਿਲਾਂ ਐਲੀਗੇਸ਼ਨ ਦੂਜੀਆਂ ਪਾਰਟੀ ਤੇ ਲੱਗਦੇ ਸੀ, ਲੜਾਈਆਂ ਦੂਜੀਆਂ ਪਾਰਟੀਆਂ 'ਚ ਹੁੰਦੀਆਂ ਸੀਗੀਆਂ ਵੀ ਟਿਕਟ ਅਨਾਉਂਸ ਹੋ ਗਈ, ਉਮੀਦਵਾਰ ਆਪਸ 'ਚ ਵਿੜ ਰਹੇ ਨੇ ਵੀ ਆਹ ਸਹੀ ਉਮੀਦਵਾਰ ਨਹੀਂ ਲਾਉਂਦੇ। ਤੇ ਹੁਣ ਸੰਯੁਕਤ ਸਮਾਜ ਮੋਰਚੇ ਵਿੱਚ ਵੀ ਇਹੀ ਹਾਲ ਆ। ਰੋਜ਼ ਖਬਰਾਂ ਆਉਂਦੀਆਂ ਨੇ ਕਿ ਜਿੱਥੇ ਟਿਕਟ ਅਨਾਉਂਸ ਕੀਤੀ ਜਾਂਦੀ ਆ ਉੱਥੇ ਐਲੀਗੇਸ਼ਨ ਲੱਗਦੇ ਨੇ ਵੀ ਸੰਯੁਕਤ ਸਮਾਜ ਮੋਰਚੇ ਨੇ ਜਿਹੜੇ ਬੰਦੇ ਨੂੰ ਟਿਕਟ ਦਿੱਤੀ ਆ ਇਹ ਸਹੀ ਬੰਦਾ ਨਹੀਂ। ਤੇ ਇਹ ਚੀਜ਼ ਨੂੰ ਮੰਨਦੇ ਹੋ ਵੀ ਕਿਤੇ ਨਾ ਕਿਤੇ ਟਿਕਟਾਂ ਗਲਤ ਬੰਦਿਆਂ ਕੋਲ ਜਾ ਰਹੀਆਂ ਨੇ ਜਾਂ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਬੰਦਿਆਂ ਕੋਲ ਜਾ ਰਹੀਆਂ ਨੇ? ਦੇਖੋ, ਪਹਿਲਾਂ ਤਾਂ 12,000 ਕੁਛ ਐਪਲੀਕੇਸ਼ਨਾਂ ਨਹੀਂ, 1200 ਕੁਛ ਐਪਲੀਕੇਸ਼ਨਾਂ ਸਾਡੇ ਕੋਲ ਆਈਆਂ ਸੀ। ਇੱਕ ਹਲਕੇ 'ਤੇ ਡਿਵਾਈਡ ਕਰੀਏ ਤਾਂ ਕਿੰਨੀਆਂ ਬਣ ਗਈਆਂ। ਹਰ ਉਮੀਦਵਾਰ ਨੂੰ ਟਿਕਟ ਨਹੀਂ ਮਿਲਣੀ, ਟਿਕਟ ਤਾਂ ਇੱਕ ਬੰਦੇ ਨੂੰ ਹੀ ਮਿਲਣੀ ਹੈ ਨਾ। ਫਿਰ ਉਹਦੇ ਵਿੱਚੋਂ ਵਿਨੇਬਿਲਿਟੀ ਦੇਖੀ ਜਾਂਦੀ ਹੈ, ਉਹਦਾ ਅਧਿਕਾਰ ਖੇਤਰ ਦੇਖਿਆ ਜਾਂਦਾ। ਜੇ ਉਹ ਸ਼ਹਿਰੀ ਹਲਕਾ ਤਾਂ ਉੱਥੇ ਕਿਹੋ ਜਿਹੇ ਮੁੱਦਿਆਂ ਨੂੰ ਟੱਚ ਕਰੂਗਾ, ਕਿਹੋ ਜਿਹਾ ਬੰਦਾ ਦੇਣਾ ਪੈਣਾ। ਜੇ ਪੇਂਡੂ ਆ ਤਾਂ ਉਹਦੇ ਵਿੱਚ ਕਿਹੋ ਜਿਹਾ ਦੇਣਾ ਪੈਣਾ। ਜਦੋਂ ਵੀ ਕਿਤੇ ਕਿਸੇ ਪਾਰਟੀ, ਕਾਂਗਰਸ 'ਚ ਨਹੀਂ ਬਗਾਵਤ ਹੋਈ, ਸੀਐਮ ਸਾਹਿਬ ਦਾ ਜਿਹੜਾ ਮਤਲਬ ਕਿ ਭਰਾ ਹੈ ਉਹ ਇੰਡੀਪੈਂਡੈਂਟ ਲੜੀ ਜਾਂਦਾ। ਤੁਸੀਂ ਕਿਹਦੇ 'ਚ ਨਹੀਂ ਬਗਾਵਤ ਹੁੰਦੀ? ਹਰ ਪਾਰਟੀ 'ਚ ਹੁੰਦੀ ਹੈ। ਪਰ ਅਸੀਂ ਬਗਾਵਤ, ਅਸੀਂ ਤਾਂ ਲੋਕਾਂ ਤੋਂ ਪਹਿਲਾਂ ਐਪਲੀਕੇਸ਼ਨਾਂ ਮੰਗੀਆਂ, ਕਿਸੇ ਨੇ ਮੰਗੀ ਹੈ? ਸਿਆਸੀ ਪਾਰਟੀ 'ਚ ਬਗਾਵਤ ਦੇਖੋ ਬਰਾੜ ਜੀ ਮੰਨ ਸਕਦੇ ਹਾਂ, ਪਰ ਕਿਸਾਨਾਂ ਦੇ ਵਿੱਚ ਬਗਾਵਤ ਹੋਣੀ ਇਹ ਕਿਤੇ ਨਾ ਕਿਤੇ ਮਤਲਬ ਸਵਾਲ ਜ਼ਿਆਦਾ ਉੱਠਦਾ ਨਾ। ਨਹੀਂ, ਦੇਖੋ, ਸਾਡੇ ਲਈ 117 ਕੈਂਡੀਡੇਟ ਚੂਜ਼ ਕਰਨੇ। ਹੁਣ ਅਸੀਂ ਕਿਹਨੂੰ ਪਹਿਲ ਦੇ ਰਹੇ ਹਾਂ? ਨਵੇਂ ਚਿਹਰਿਆਂ ਨੂੰ। ਦੂਸਰੀ ਗੱਲ, ਜਿਹੜੇ ਲੋਕਾਂ ਦੇ ਵਿੱਚ ਵਿਚਰੇ ਹੋਏ ਆ। ਤੀਸਰੀ ਗੱਲ, ਜਿਹੜੇ ਵੈਲ ਐਜੂਕੇਟਡ ਹੈ, ਸੋ ਦੈਟ ਅਸੀਂ ਜੇ ਕੋਈ ਪਨੀਰੀ ਤਿਆਰ ਕਰ ਰਹੇ ਹਾਂ ਵਿਧਾਨ ਸਭਾ ਲਈ ਤਾਂ ਉਹ ਚੰਗੀ ਐਜੂਕੇਟਡ ਪਨੀਰੀ ਹੋਊਗੀ ਜਿਹੜੀ ਉੱਥੇ ਜਾ ਕੇ ਗੱਲਾਂ ਕਰ ਸਕਦੀ ਹੈ। ਹੁਣ ਤੁਸੀਂ ਇੱਕ ਗੱਲ ਦੱਸ ਦਿਓ, ਵਿਧਾਨ ਸਭਾ ਦੇ ਵਿੱਚ ਜਿਹੜੇ ਬੈਠੇ ਆ ਉਹਨਾਂ ਨੂੰ ਕਹਿ ਦਿਓ ਵੀ ਕੋਈ ਪੰਜਾਬ ਦਾ ਮੁੱਦਾ ਹੀ ਗਿਣਾ ਦੇਣ ਜਿਨ੍ਹਾਂ 'ਤੇ ਉਹਨਾਂ ਨੇ ਅੱਜ ਕੱਲ੍ਹ ਡਿਸਕਸ਼ਨ ਕੀਤੀ ਹੈ। ਕੀ ਉਹਨਾਂ ਨੂੰ ਇਹ ਦੱਸ ਦੇਣ ਵੀ ਆਪਣੇ ਜਿਹੜੇ ਟੋਟਲ ਰਿਸੋਰਸਿਸ ਕਿੰਨੀ ਹੈ, ਜਿਹੜੇ ਆਪਾਂ ਰੇਤੇ ਤੇ ਬਜਰੀ ਦੇ ਵਿੱਚੋਂ ਇਹ ਕਰ ਰਹੇ ਆ, ਜਿਹੜੇ ਘਪਲੇ ਕਰ ਰਹੇ ਆ। 25,000 ਕਰੋੜ ਦਾ ਆਪਣਾ ਬਿਜ਼ਨਸ ਹੈ, ਸਰਕਾਰ ਦੇ ਖਾਤੇ 1200 ਤੋਂ 1500 ਕਰੋੜ ਆਉਂਦਾ, ਬਾਕੀ ਪੈਸੇ ਕਿੱਥੇ ਜਾਂਦੇ ਆ? ਤਾਂ ਇਸੇ ਲਈ ਚੰਗੇ ਕੈਂਡੀਡੇਟ ਚੂਜ਼ ਕਰਨੇ ਸਾਡਾ ਇੱਕ ਫਰਜ਼ ਹੈ, ਸਾਡਾ ਨੈਤਿਕ ਆਧਾਰ ਹੈ। ਉਹਦੇ ਕਰਕੇ ਅਸੀਂ ਕੁਛ ਜਿਹੜੇ ਕੈਂਡੀਡੇਟ ਹੁੰਦੇ ਆ, ਹਰ ਥਾਂ ਮਾੜਾ ਮੋਟਾ ਹੁੰਦਾ ਵੀ ਇਹਨੂੰ ਮਿਲਣੀ ਚਾਹੀਦੀ ਸੀ, ਇਹਨੂੰ ਮਿਲਣੀ ਚਾਹੀਦੀ ਸੀ। ਪਰ ਜਦੋਂ 1-2 ਮੀਟਿੰਗਸ ਹੁੰਦੀਆਂ ਅਸੀਂ ਕੈਂਡੀਡੇਟ ਲੋਕਾਂ ਅੱਗੇ ਵਿਚਰਦਾ, ਕਿਉਂਕਿ ਅਸੀਂ ਨੌਨ ਪੋਲੀਟੀਕਲ ਬੰਦੇ ਹਾਂ। ਸਾਡਾ ਕਿਹੜਾ ਕੋਈ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਬਹੁਤ ਵੱਡਾ ਆਧਾਰ ਬਣਿਆ ਹੁੰਦਾ। ਅਸੀਂ ਤਾਂ ਅੰਦੋਲਨ ਕਰਦੇ ਸੀ, ਜਥੇਬੰਦੀਆਂ ਨਾਲ ਜੁੜੇ ਸੀਗੇ, ਲੋਕਾਂ ਦੇ ਮੁੱਦੇ ਉਜਾਗਰ ਕਰਦੇ ਸੀ, ਅਸੀਂ ਪੋਲੀਟੀਕਲ ਨਹੀਂ ਸੀ। ਪਰ ਹੁਣ ਜਦੋਂ ਪੋਲੀਟਿਕਸ ਕਰਨ ਦੀ ਵਾਰੀ ਆਈ ਉਦੋਂ ਥੋੜ੍ਹੇ ਜਿਹੇ ਮੁੱਦੇ ਹੁੰਦੇ ਆ ਪਰ ਸੌਟ ਆਊਟ ਹੋ ਜਾਂਦੇ ਇੱਕ ਅੱਧੇ ਦਿਨ। ਹੋਰ ਕੱਲ੍ਹ ਦੀ ਖਬਰ ਚੱਲ ਰਹੀ ਹੈ ਕਿ ਤੁਹਾਡੇ ਵੱਲੋਂ ਜਿਹੜੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਨੇ ਉਹ ਪਹਿਲਾਂ ਤੋਂ ਹੀ ਉਹ ਕਿਸਾਨ ਆਗੂ ਨੇ, ਕਿਸੇ ਨੈਸ਼ਨਲ ਪਾਰਟੀ ਦੇ ਨਾਲ ਜੁੜੇ ਹੋਏ ਨੇ। ਤਾਂ ਨੈਸ਼ਨਲ ਪਾਰਟੀ ਦੇ ਬੁਲਾਰਿਆਂ ਦਾ ਕਹਿਣਾ, CPI ਜਾਂ ਹੋਰ ਇੱਕ ਦੋ ਸੀਗੇ ਉਹਨਾਂ ਦਾ ਕਹਿਣਾ ਕਿ ਜਿਹੜੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ, ਉਹ ਸੰਯੁਕਤ ਸਮਾਜ ਮੋਰਚੇ ਦੇ ਚੋਣ ਨਿਸ਼ਾਨ 'ਤੇ ਨਹੀਂ ਲੜਨਗੇ, ਸਾਡੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜਨਗੇ। ਜੇਕਰ ਅਜਿਹਾ ਸੰਯੁਕਤ ਸਮਾਜ ਮੋਰਚਾ ਸਾਡਾ ਸਹਿਮਤੀ ਨਹੀਂ ਹੁੰਦਾ ਤਾਂ ਅਸੀਂ ਉਹਨਾਂ ਤੋਂ ਅਲੱਗ ਹੋ ਜਾਵਾਂਗੇ। ਤਾਂ ਇਹ ਅਲੱਗ ਪਹਿਲਾਂ ਇਹ ਚੀਜ਼ਾਂ ਡਿਸਕਸ ਨਹੀਂ ਹੋਈਆਂ ਸੀ? ਨਹੀਂ, ਆਲਰੇਡੀ ਡਿਸਕਸ ਹੋਈਆਂ। ਕੁਝ ਡਿਸਕਸ਼ਨ ਦੇ ਮੁੱਦੇ ਹੁੰਦੇ, ਕਈ ਚੀਜ਼ਾਂ 'ਤੇ ਕੋਈ ਮਾਈਨਰ ਮਿਸਅੰਡਰਸਟੈਂਡਿੰਗਸ ਹੋ ਸਕਦੀਆਂ, ਪਰ ਇਹੋ ਜਿਹਾ ਕੁਝ ਨਹੀਂ। ਅਸੀਂ ਇੱਕੋ ਚੋਣ ਨਿਸ਼ਾਨ 'ਤੇ ਲੜਾਂਗੇ। ਅਸੀਂ ਜਿਸ ਦਿਨ ਸੰਯੁਕਤ ਸਮਾਜ ਮੋਰਚਾ ਬਣਾਇਆ ਸੀ ਉਸ ਦਿਨ ਡਿਸਾਈਡ ਹੋਇਆ ਸੀ ਵੀ ਕੋਈ ਵੀ ਜਿਹੜੀਆਂ ਆਲਰੇਡੀ ਪਾਰਟੀ ਐਗਜ਼ਿਸਟਿੰਗ ਪਾਰਟੀ ਹੈ ਇਲੈਕਸ਼ਨ ਲੜਦੀਆਂ, ਉਹ ਆਪਦਾ ਚੋਣ ਨਿਸ਼ਾਨ ਛੱਡ ਕੇ ਨਵਾਂ ਚੋਣ ਨਿਸ਼ਾਨ ਜੇ ਮਿਲਦਾ ਉਹਦੇ 'ਤੇ ਫਾਈਟ ਕਰਨਗੀਆਂ। ਉਹ ਇਹ ਹੈ ਵੀ ਹੋ ਸਕਦਾ 1-2 ਸੀਟਾਂ 'ਤੇ ਜਿਹੜੀ ਡਿਫੀਕਲਟੀ ਆ ਰਹੀ ਹੈ ਉਹ ਸੌਟ ਆਊਟ ਹੋ ਜੂਗੀ ਇੱਕ ਅੱਧੇ ਦਿਨ 'ਚ। ਡਿਸਕਸ਼ਨ ਦਾ ਮੈਟਰ ਹੈ, ਇਹਦੇ 'ਚ ਕੋਈ ਬਹੁਤ ਵੱਡਾ ਇਸ਼ੂ ਨਹੀਂਗਾ। ਤੇ ਤੁਸੀਂ ਹੁਣ ਮੋਹਾਲੀ ਤੋਂ ਉਮੀਦਵਾਰ ਹੋ ਤੇ ਨਾਲ ਦੀ ਨਾਲ ਇੱਕ ਬੁਲਾਰੇ ਦੇ ਤੌਰ ਤੇ ਹੋਰ ਜ਼ਿਆਦਾ ਫਰਜ਼ ਬਣ ਜਾਂਦਾ ਵੀ ਆਪਾਂ ਪੰਜਾਬ ਪੱਧਰ 'ਤੇ ਵੀ ਪ੍ਰਚਾਰ ਕਰੀਏ। ਤੇ ਹੁਣ ਮੋਹਾਲੀ ਦੇ ਵਿੱਚ 80 ਪਿੰਡ ਨੇ, ਸ਼ਹਿਰ ਦੀ ਵੋਟ ਅਲੱਗ ਤੋਂ ਹੈ, ਪਿੰਡਾਂ ਦੀ ਵੋਟ ਅਲੱਗ ਤੋਂ ਹੈ, ਫਿਰ ਕਿੱਦਾਂ ਹੁਣ ਮੈਨੇਜ ਕਰ ਰਹੇ ਹੋ ਇੱਥੇ? ਦੇਖੋ, ਪਹਿਲਾਂ ਤਾਂ ਮੋਹਾਲੀ ਜਿਹੜਾ ਵਸਿਆ ਤਕਰੀਬਨ ਸਾਰੇ ਪਿੰਡ ਵਿੱਚ ਇਹਦੇ ਆਲਮੋਸਟ ਆ ਗਏ। ਕੁੰਬੜਾ ਪਿੰਡ ਵਿੱਚ ਪਿਆ, ਆ ਸੋਹਾਣਾ ਵਿੱਚ ਹੈ, ਤੁਸੀਂ ਮਟਰਾਂ ਬਿਲਕੁਲ ਨਾਲ ਹੈ, ਜਿਹੜਾ ਬਾਕਰਪੁਰ ਲਾ ਲਓ, ਤੁਸੀਂ ਮੌਲੀ ਬੈਦਵਾਨ ਲਾ ਲਓ, ਵੀ ਵਿੱਚ ਰਲੇ ਵੇ ਹੈ। ਪਰ ਇੱਕ ਚੀਜ਼ ਦੇਖਣ ਵਾਲੀ ਹੈ ਵੀ ਜਿਹੜਾ ਪਿੰਡ ਹੈ, ਪਿੰਡ ਦੇ ਆਲੇ ਦੁਆਲੇ ਜਦੋਂ ਨਵੀਆਂ ਸੁਸਾਇਟੀਆਂ ਬਣਦੀਆਂ, ਪਿੰਡ ਦਾ ਬਾਉਂਡਰੀ ਕਰਕੇ ਸਾਹ ਬੰਦ ਕਰ ਦਿੱਤਾ ਜਾਂਦਾ ਹੈ। ਜਦੋਂ ਹੀ ਕੋਈ ਪ੍ਰਾਈਵੇਟ ਜਿਹੜਾ ਬਾਇਰ ਹੈ ਜਾਂ ਪ੍ਰਾਈਵੇਟ ਪਲੇਅਰ ਹੈ ਜਿਹੜਾ ਲੈਂਡ ਦੇ ਵਿੱਚ, ਜਾਂ ਦੂਜਾ ਕੋਈ ਵੀ ਸਰਕਾਰ ਜੇ ਕੋਈ ਕਿਸੇ ਪਿੰਡ ਦੀ ਜ਼ਮੀਨ ਐਕਵਾਇਰ ਕਰਦੀ ਹੈ, ਨਾਲ ਇੱਕ ਕਲੌਜ਼ ਹੈ ਵਿੱਚ
ਵੀ ਉਸ ਪਿੰਡ ਦੀ ਡਿਵੈਲਪਮੈਂਟ ਸਰਕਾਰ ਨੇ ਕਰਕੇ ਦੇਣੀ ਹੈ, ਪਰ ਨਹੀਂ ਹੋ ਰਹੀ। ਅੱਜ ਕਿਸੇ ਪਿੰਡ ਮੇਰੇ ਨਾਲ ਚਲੇ ਜਾਓ, ਆਪਾਂ ਇੱਥੇ ਨਾਲ ਹੀ ਸੁਹਾਣਾ ਇੱਥੇ ਵੜ ਜਾਂਦੇ ਆ, ਗਲੀਆਂ ਅਜੇ ਤੱਕ ਨਹੀਂ ਬਣੀਆਂ ਪਿੰਡਾਂ ਦੀਆਂ। ਮਤਲਬ ਵਿਕਾਸ ਪੱਧਰ ਤੋਂ ਜਿਹੜਾ ਮਤਲਬ ਮੁੱਢਲੀਆਂ ਸਹੂਲਤਾਂ, ਅੱਜ ਮੈਂ ਹੁਣ ਪਿੰਡਾਂ ਦੇ ਵਿੱਚ ਜਾ ਕੇ ਆਇਆ, ਮੇਰੇ ਕੋਲ ਸਾਰੀਆਂ ਫੋਨ ਦੇ ਵਿੱਚ ਫੋਟੋ ਆ ਪਿੰਡਾਂ ਦੇ ਵਿੱਚ ਵੀ ਕੀ ਹਾਲ ਹੈ ਪਿੰਡਾਂ ਦੇ ਵਿੱਚ। ਆ ਬਾਰਿਸ਼ ਕਾਰਨ ਕੱਲ ਰਾਤ ਦੀ ਬਾਰਿਸ਼ ਪਈ ਹੈ, ਬੁਰਾ ਹਾਲ ਹੈ ਪਿੰਡਾਂ ਦੇ, ਕਿਸੇ ਪਿੰਡ ਦੀ ਰੋਡ ਨਹੀਂ। ਵੀ ਮਨਾਣਾ ਪਿੰਡ ਸਾਰਾ ਪੱਟਿਆ ਪਿਆ, ਸੀਵਰੇਜ ਦਾ ਉੱਥੇ ਝਾਂਸਾ ਦੇ ਕੇ ਹੁਣ ਬਜਰੀ ਉੱਥੇ ਸਟਾਤੀ ਹੈ, ਮੋਟੀ ਬਜਰੀ ਸਟਾ ਕੇ ਉੱਥੇ ਰੋੜੀ ਕੁੱਟ ਫਿਰਦਾ ਵੀ ਅਸੀਂ ਠੀਕ ਕਰਦੇ ਹਾਂ। ਕੀ 5 ਸਾਲਾਂ ਦਾ ਇਹ ਆਪਾਂ 75 ਸਾਲਾਂ ਬਾਅਦ ਆਪਾਂ ਵਿਕਾਸ ਕੀ ਕਰ ਰਹੇ ਹਾਂ? ਗਲੀਆਂ ਤੇ ਨਾਲੀਆਂ ਦਾ। ਐਜੂਕੇਸ਼ਨ ਦੀ ਕੋਈ ਗੱਲ ਕਰ ਰਿਹਾ, ਕੋਈ ਹੈਲਥ ਦੀ ਗੱਲ ਕਰ ਰਿਹਾ, ਕੋਈ ਜੌਬ ਕ੍ਰੀਏਸ਼ਨ ਦੀ ਗੱਲ ਕਰ ਰਿਹਾ? ਨਹੀਂ ਕਰ ਰਹੇ। ਆਪਾਂ ਮੁੱਦੇ ਹੀ ਆਪਣੇ ਲਈ ਉਹ ਕ੍ਰੀਏਟ ਕੀਤੇ ਜਾਂਦੇ ਆ ਜਿਨ੍ਹਾਂ 'ਤੇ ਇਲੈਕਸ਼ਨ ਲੜਿਆ ਜਾਵੇ, ਫਿਰ ਇਲੈਕਸ਼ਨਾਂ ਵੇਲੇ ਸਹੁੰਆਂ ਖਾਧੀਆਂ ਜਾਂਦੀਆਂ, ਫਿਰ ਇੱਕ ਮੈਨੀਫੈਸਟੋ ਦਿੱਤਾ ਜਾਂਦਾ ਜਿਹਦੇ 'ਚ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ। ਹੁਣ ਵੀ ਮੈਨੀਫੈਸਟੋ 'ਚ ਬੜਾ ਕੁਝ ਚੱਲ ਰਿਹਾ, 1000 2000 5000 ਬੋਲੀ ਲਾ ਰਹੇ ਹੋ ਪੰਜਾਬੀਆਂ ਦੀ ਯਾਰ ਤੁਸੀਂ ਇੱਕ ਦੂਜੇ ਤੋਂ ਵੱਧ ਕੇ। ਕੀ ਸਾਨੂੰ ਖਰੀਦਣ ਥੋੜ੍ਹਾ ਆਏ ਹੋ ਤੁਸੀਂ? ਸਾਡੇ ਲਈ ਜੌਬ ਕ੍ਰੀਏਟ ਕਰੋ, ਸਾਡੇ ਯੂਥ ਲਈ ਜੌਬ ਕ੍ਰੀਏਟ ਕਰੋ। ਉਹ ਕੋਈ 20000 30000 40000 ਕਮਾਉਣ ਵਾਲਾ ਉਹਨੂੰ ਇੰਨਾ ਸ਼ਮਤਾ ਉਹਦੇ 'ਚ ਕਰੋ। ਇਹ ਨਾ ਕਰੋ ਵੀ ਤੁਸੀਂ ਸਾਨੂੰ ਕੁਝ ਫ੍ਰੀ ਦੇਣਾ, ਸਾਨੂੰ ਕੁਝ ਫ੍ਰੀ ਨਹੀਂ ਚਾਹੀਦਾ, ਸਾਨੂੰ ਜੌਬਸ ਚਾਹੀਦੀਆਂ, ਬਾਕੀ ਅਸੀਂ ਸਾਰਾ ਕੁਝ ਆਪੇ ਡਿਵੈਲਪ ਕਰ ਲਾਂਗੇ। ਸਮੱਸਿਆ ਤੋਂ ਜੇਕਰ ਦੇਖੀ ਜਾਵੇ, ਦੇਖੋ ਮੋਹਾਲੀ ਦੇ ਵਿੱਚ ਹੋਰ ਸਟੇਟਾਂ ਤੋਂ ਆ ਕੇ ਬਹੁਤ ਲੋਕ ਵਸੇ ਹੋਏ ਨੇ, ਵੀ ਤੁਸੀਂ ਘਰਾਂ 'ਚ ਜਾਂਦੇ ਹੋ, ਗਾਹਾਂ ਅਗਲਾ ਕਹਿੰਦਾ ਸਾਡੀ ਤਾਂ ਜੀ ਇੱਥੇ ਵੋਟ ਹੀ ਨਹੀਂ ਹੈਗੀ। ਤੇ ਇਹ ਚੀਜ਼ ਦੀ ਸਮੱਸਿਆ ਤੁਹਾਨੂੰ ਸ਼ਹਿਰਾਂ 'ਚ ਬਹੁਤ ਆਉਂਦੀ ਹੋਵੇਗੀ, ਕਿਉਂਕਿ ਅਕਸਰ ਫਲੈਟਾਂ ਦੇ ਵਿੱਚ ਜਾਂ ਹੋਰ ਜਗ੍ਹਾ ਦੇ ਉੱਤੇ ਮੁੱਦੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਸਾਡੀ ਵੋਟ ਹੀ ਨਹੀਂ ਹੈਗੀ, ਤਾਂ ਇਹ ਤੋਰਾ ਫੇਰਾ ਤੁਹਾਡਾ ਡੋਰ ਟੂ ਡੋਰ ਜ਼ਿਆਦਾ ਲੱਗਦਾ ਫਿਰ ਇੱਥੇ? ਨਹੀਂ, ਡੋਰ ਟੂ ਡੋਰ ਸਾਡੇ ਕੋਲ ਸਾਧਨ ਕੀ ਹੈ? ਸਾਡੇ ਕੋਲ ਕਿਹੜਾ ਕੋਈ ਬਹੁਤ ਲਾਮ ਲਸ਼ਕਰ ਆ ਵੀ ਅਸੀਂ ਉਹ ਲੈ ਕੇ ਤੁਰੀਏ ਫਿਰੀਏ ਜਾਂ ਵੱਡੀਆਂ ਰੈਲੀਆਂ ਕਰ ਲਈਏ। ਸਾਡੇ ਕੋਲ ਇੱਕ ਹੀ ਹੈ ਵੀ ਡੋਰ ਟੂ ਡੋਰ ਜਾ ਕੇ ਅਸੀਂ, ਪਰ ਜਦੋਂ ਅਸੀਂ ਲੋਕਾਂ ਕੋਲੇ ਡੋਰ ਟੂ ਡੋਰ ਜਾਂਦੇ ਹਾਂ, ਤੁਸੀਂ ਦੇਖ ਲਿਓ ਬੜੇ ਕੈਂਡੀਡੇਟ ਜਾਂਦੇ ਹੋਣੇ ਆ, ਅਸੀਂ ਜਾ ਕੇ ਉਹਨਾਂ ਨੂੰ ਜਦੋਂ ਆਪਦਾ ਫੜਾਉਂਦੇ ਆ, ਡਿਟੇਲਸ ਫੜਾਉਂਦੇ ਆ, ਉਹ ਇੱਕ ਵਾਰੀ ਦੇਖ ਕੇ ਉਹ ਦਰਵਾਜ਼ੇ ਤੋਂ ਬਾਹਰ ਆ ਕੇ ਸਾਡੇ ਨਾਲ ਗੱਲ ਕਰਨ ਲੱਗ ਜਾਂਦੇ ਆ। ਕਿਸੇ ਹੋਰ ਦਾ ਡੋਰ ਟੂ ਡੋਰ ਵੇਖ ਲਿਓ, ਫੜ ਕੇ ਉੱਥੇ ਅੰਦਰ ਵੜ ਜਾਂਦੇ ਆ ਲੋਕ। ਮਤਲਬ ਲੋਕ ਆਲਰੇਡੀ ਮਨ ਬਣਾ ਚੁੱਕੇ ਆ, ਕਿਉਂਕਿ ਇਹ ਸਭ ਤੋਂ ਜਿਹੜੀ ਐਜੂਕੇਟਿਡ ਸਿਟੀ ਹੈ ਪੰਜਾਬ ਦੀ ਉਹ ਇੱਥੇ ਹੈ। ਇਹਦੇ 'ਚ ਕਿਉਂ ਇਹ ਹੈ ਵੀ ਸਾਰੇ ਲੋਕ, ਵੱਡੇ ਆਫਿਸ ਇੱਥੇ ਹੈ, ਮੇਜਰ ਆਫਿਸ ਇੱਥੇ ਹੈ, ਸਾਰੇ ਚੰਗੇ ਜਿਹੜੇ ਐਜੂਕੇਸ਼ਨ ਵਾਲੇ ਲੋਕ ਆ ਉਹ ਬੈਠੇ, ਐਜੂਕੇਟਿਡ ਲੋਕ ਬੈਠੇ ਹੈ। ਸੋ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਵੀ ਅਸੀਂ ਨਵੇਂ ਚਿਹਰਿਆਂ ਨੂੰ ਜੇ ਮੌਕਾ ਦੇਵਾਂਗੇ ਤਾਂ ਹੀ ਚੇਂਜ ਆਊਗੀ, ਨਹੀਂ ਤਾਂ ਉਹੀ ਹੈ, ਪੱਗਾਂ ਦੇ ਰੰਗ ਬਦਲ ਰਹੇ ਆ, ਕੰਮ ਉਹੀ ਚੱਲੀ ਜਾਂਦੇ ਆ। ਅਖੀਰਲਾ ਸਵਾਲ ਕਿ 117 ਸੀਟਾਂ ਤੇ ਕਿਹਾ ਵੀ ਅਸੀਂ ਚੋਣ ਲੜਨੀ ਆ, ਦਿਨ ਵੀ ਥੋੜੇ ਰਹਿ ਗਏ ਨੇ, ਪਰ ਹਾਲੇ ਤੱਕ ਜਿਹੜਾ ਕੋਈ ਸਾਫ਼ ਨਹੀਂ ਹੋ ਸਕਿਆ। ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ 117 ਸੀਟਾਂ ਦਾ ਜਿਹੜਾ ਡਿਸੀਜਨ ਲਿਆ, ਜੇ ਹੀ ਘੱਟ ਸੀਟਾਂ ਚੁਣੀਆਂ ਹੁੰਦੀਆਂ ਉਹਦੇ 'ਤੇ ਤੁਸੀਂ ਗੱਡ ਕੇ ਪ੍ਰਚਾਰ ਕਰ ਸਕਦੇ ਸੀ? ਕੱਲ੍ਹ ਨੂੰ ਜੇ ਕਿਤੋਂ ਕੈਂਡੀਡੇਟ ਨੂੰ ਘੱਟ ਵੋਟਾਂ ਪੈ ਸਕਦੀਆਂ ਹੈ ਨਾ, ਤਾਂ ਨੈਸ਼ਨਲ ਮਸਲਾ ਬਣ ਸਕਦਾ ਵੀ ਦੇਖੋ ਆਹ ਉਮੀਦਵਾਰ ਕਿਸਾਨਾਂ ਦਾ ਸੀਗਾ, ਇਹਨੂੰ ਵੋਟਾਂ ਘੱਟ ਪਈਆਂ ਨੇ। ਤਾਂ ਇਹ ਗਲਤੀ ਹੈ, ਮੰਨਦੇ ਹੋ ਕਿਤੇ ਨਾ ਕਿਤੇ ਜੇ ਵੀ ਘੱਟ ਸੀਟਾਂ 'ਤੇ ਚੋਣ ਲੜਨ ਦੇ ਇਹਦੇ ਵਿੱਚ ਕਿਵੇਂ ਹੁਣ ਦੇਖ ਰਹੇ ਹੋ? ਦਿਨ ਥੋੜੇ ਰਹਿ ਗਏ। ਇੱਕ ਤਾਂ ਆਪਾਂ ਨੂੰ ਇਹ ਚੀਜ਼ ਅੰਡਰਸਟੈਂਡ ਕਰਨੀ ਪੈਣੀ ਹੈ ਵੀ ਜਦੋਂ ਲੋਕ ਲਹਿਰ ਬਣਦੀ ਹੈ ਨਾ, ਕੀ ਅਸੀਂ ਜਦੋਂ ਮੋਰਚੇ ਲਈ ਤੁਰੇ ਸੀ, ਅਸੀਂ ਪਿੰਡਾਂ ਦੇ ਵਿੱਚ ਫਲੈਕਸ ਲਾਏ ਸੀ ਜਾਂ ਪਿੰਡਾਂ ਦੇ ਵਿੱਚ ਅਸੀਂ ਫੋਨ ਕੀਤੇ ਸੀ ਇਕੱਲੇ ਮੈਂਬਰ ਪੰਚਾਇਤ ਨੂੰ ਜਾਂ ਹੋਰ ਕਿਸੇ ਨੂੰ ਵੀ ਸਾਡੇ ਨਾਲ ਤੁਰੋ? ਲੋਕ ਆਪ ਮਾਰੇ ਤੁਰ ਪਏ ਸੀ। ਉਵੇਂ ਹੀ ਹੁਣ ਹੋ ਰਿਹਾ। ਸਾਨੂੰ ਤਾਂ ਉਹ ਕਹਿੰਦੇ ਵੀ ਅਸੀਂ ਕੈਂਡੀਡੇਟ ਜਦੋਂ ਹੀ ਅਨਾਊਂਸ ਹੁੰਦਾ ਨਾਲ ਦੀ ਨਾਲ ਉਹਨੂੰ ਕਾਲਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸਾਡੇ ਇੱਥੇ 2 ਨੰਬਰ ਫਲੈਸ਼ ਕੀਤੇ ਹੋਏ ਹੈ, ਦਿਨ ਦੀਆਂ ਸਾਨੂੰ 150 200 ਕਾਲ ਇੱਕ ਨੰਬਰ 'ਤੇ ਆਉਂਦੀ ਹੈ, ਜਿਹੜੇ ਲੋਕ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਜੁੜਨਾ, ਸਾਨੂੰ ਮਟੀਰੀਅਲ ਦੇ ਦਿਓ, ਅਤੇ ਸਾਡੇ ਸੈਕਟਰ ਦੇ ਵਿੱਚ ਤੁਸੀਂ ਆਉਣਾ ਨਹੀਂ ਗਾ, ਅਸੀਂ ਉਹ ਸਾਰਾ ਸੈਕਟਰ ਸਾਂਭਾਂਗੇ ਜਾਂ ਅਸੀਂ ਉਹ ਸਾਰਾ ਪਿੰਡ ਸਾਂਭਾਂਗੇ। ਲੋਕ ਤਾਂ ਅੱਕੇ ਬੈਠੇ ਇਹਨਾਂ ਤੋਂ, ਲੋਕ ਤਾਂ ਚਾਹੁੰਦੇ ਸੀ ਕੋਈ ਬਦਲਾਅ, ਉਹ ਬਦਲਾਅ ਅਸੀਂ ਦੇਤਾ ਜਿਹੜਾ ਚੰਗਾ, ਅਤੇ ਹੁਣ ਲੋਕ ਦੇਖੋ ਬੜੇ ਜਲਦੀ ਵਧੀਆ ਰਿਜ਼ਲਟ ਆਉਣਗੇ। ਚਲੋ ਗੱਲ ਤੁਹਾਡੀ ਵਧੀਆ, ਸ਼ਹਿਰ ਦਾ ਤੁਹਾਨੂੰ ਫਾਇਦਾ ਨਹੀਂ। ਮੈਂ ਹਾਲ ਹੀ ਦੇ ਵਿੱਚ ਪਰਸੋਂ ਹੀ ਵੀਡੀਓ ਦੇਖ ਰਿਹਾ ਸੀ, ਉਹ ਪਿੰਡ ਦੇ ਧੂਣੀ ਤੇ ਬੰਦੇ ਬੈਠੇ ਨੇ, ਉਹਨਾਂ ਨੂੰ ਜਦੋਂ ਪੁੱਛਿਆ ਗਿਆ, ਨੈਸ਼ਨਲ ਚੈਨਲ ਨੇ ਚਲਾਈ ਸੀ ਵੀ ਤੁਸੀਂ ਵੋਟ ਕਿਹਨੂੰ ਪਾਉਣੀ ਆ, ਉਹ ਕਹਿੰਦੇ ਵੀ ਹਜੇ ਸਾਡੇ ਕੋਲ ਕੋਈ ਆਇਆ ਹੀ ਨਹੀਂ। ਸ਼ਹਿਰਾਂ ਵਾਲੇ ਤਾਂ ਚੱਲ ਤੁਹਾਡੇ ਸਿਆਣੇ ਨੇ ਜਿਹੜੇ ਕਹਿੰਦੇ ਸਾਨੂੰ ਫੜਾ ਦਿਓ, ਔਰ ਪਿੰਡ ਵਾਲੇ ਕਹਿੰਦੇ ਜਦ ਤੱਕ ਸਾਨੂੰ ਆ ਕੇ ਕੋਈ ਮਿਲਦਾ ਨਹੀਂ, ਜਦ ਤੱਕ ਉਹਨੂੰ ਤਸੱਲੀ ਨਹੀਂ ਹੁੰਦੀ। ਕਿਤੇ ਨਾ ਕਿਤੇ ਇਹ ਚੀਜ਼ ਦਾ ਇਸ ਵਾਰ ਸਾਰੀਆਂ ਪਾਰਟੀਆਂ ਨੂੰ ਮਲਾਲ ਰਹੂਗਾ ਵੀ ਅਸੀਂ ਪਿੰਡ ਤੱਕ ਪਹੁੰਚ ਕੇ ਧੂਣੀ ਤੇ ਬੈਠੇ ਲੋਕਾਂ ਨਾਲ ਮਿਲ ਨਹੀਂ ਸਕੇ। ਨਹੀਂ, ਬੇਸ਼ੱਕ ਲੋਕਾਂ ਨੂੰ ਮਿਲਣ ਜਾ ਕੇ, ਪਰ ਲੋਕ 700 ਸ਼ਹੀਦਾਂ ਨੂੰ ਭੁੱਲੇ ਤਾਂ ਨਹੀਂ ਨਾ, ਜਿਹੜੇ ਸਾਡੇ ਇਹਨਾਂ ਪਾਰਟੀਆਂ ਦੀ ਬਦੌਲਤ ਹੋਏ ਹੈ। ਨਾ ਇਹ ਬਿੱਲਾਂ ਆਉਣ ਦਿੰਦੇ ਬਿੱਲ ਨੂੰ, ਉਦੋਂ ਰੌਲਾ ਪਾਇਆ ਹੁੰਦਾ ਤੇ ਅੱਜ ਸਾਡੇ 700 ਕਿਸਾਨ ਸ਼ਹੀਦ ਨਾ ਹੁੰਦੇ। ਉਹ ਅਸੀਂ ਭੁੱਲੇ ਨਹੀਂ ਗੇ। ਠੀਕ ਹੈ, ਇੱਕ ਸਮਾਂ ਹੁੰਦਾ ਕਿਉਂਕਿ ਪਿੰਡ ਦੇ ਵਿੱਚ ਗੁੱਟਬਾਜੀ ਬਣੀ ਹੁੰਦੀ ਹੈ, ਸਾਨੂੰ ਕਈ ਵਾਰੇ ਮੂੰਹ ਲੁਹਾਜੇ ਚੁੱਪ ਕਰਨਾ ਪੈਂਦਾ, ਪਰ ਵੋਟ ਤਾਂ ਅੰਦਰ ਜਾ ਕੇ ਪਾਉਣੀ ਹੈ ਨਾ। ਉਦੋਂ ਤਾਂ ਆਪਦੇ ਭਵਿੱਖ ਲਈ ਪਾਉਣੀ ਹੈ, ਉਦੋਂ ਸ਼ਹੀਦਾਂ ਨੂੰ ਯਾਦ ਕਰਕੇ ਪਾਉਣੀ ਹੈ, ਜਾਂ ਉਹ ਆਪਣੇ ਜਿਹੜੇ ਬੱਚੇ ਆ ਜਿਨ੍ਹਾਂ ਦਾ ਆਪਾਂ ਭਵਿੱਖ ਸੁਧਾਰਨਾ, ਜਾਂ ਪੰਜਾਬ ਲਈ ਵੋਟ ਪਾਉਣੀ ਹੈ, ਉਦੋਂ ਸਾਰਾ ਕੁਝ ਪਿੱਛੇ ਹਟ ਜੂਗਾ। ਐਤਕੀ ਵੋਟ ਸੰਯੁਕਤ ਸਮਾਜ ਮੋਰਚੇ ਦੇ ਕੈਂਡੀਡੇਟਾਂ ਨੂੰ ਪੈਣੀ ਹੈ। ਚਲੋ ਜੀ, ਮੁਬਾਰਕਾਂ ਨੇ ਤੇ ਦੁਆਵਾਂ ਨੇ ਸਾਡੇ ਵੱਲੋਂ ਵੀ ਤੁਹਾਨੂੰ 20 ਫਰਵਰੀ ਤੇ 10 ਮਾਰਚ ਲਈ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ, ਸਤਿ ਸ਼੍ਰੀ ਅਕਾਲ।
ਗੱਲਬਾਤ ਕੀਤੀ ਸੰਯੁਕਤ ਸਮਾਜ ਮੋਰਚੇ ਮੋਹਾਲੀ ਤੋਂ ਉਮੀਦਵਾਰ ਰਮਨੀਤ ਸਿੰਘ ਬਰਾੜ ਦੇ ਵੱਲੋਂ, ਕਿਉਂਕਿ ਸੰਯੁਕਤ ਸਮਾਜ ਮੋਰਚੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਖਬਰਾਂ ਉਹਦੇ ਨਾਲ ਕਾਫੀ ਇੱਕ ਤਰੀਕੇ ਦੀ ਨੈਗੇਟਿਵਿਟੀ ਫੈਲ ਰਹੀ ਹੈ ਕਿ ਉਮੀਦਵਾਰਾਂ ਨੂੰ ਟਿਕਟਾਂ ਸਹੀ ਨਹੀਂ ਮਿਲੀਆਂ। ਪਰ ਉਹਨਾਂ ਬਰਾੜ ਜੀ ਦਾ ਕਹਿਣਾ ਕਿ ਜਦੋਂ ਵੀ ਸਿਆਸਤ ਦੇ ਨਾਲ ਆਪਾਂ ਜੁੜਦੇ ਹਾਂ ਤਾਂ ਟਿਕਟਾਂ ਨੂੰ ਲੈ ਕੇ, ਉਮੀਦਵਾਰਾਂ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਨੁਕਤਾਚੀਨੀਆਂ ਹੁੰਦੀਆਂ ਹੀ ਰਹਿੰਦੀਆਂ ਨੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਉਹ ਚੋਣ ਨਿਸ਼ਾਨ ਨੂੰ ਲੈ ਕੇ ਇੱਕ ਦੂਜੇ ਨਾਲ ਤਕਰਾਰਬਾਜ਼ੀ ਹੋਵੇ, ਇੱਕ ਦੂਜੇ ਨਾਲ ਸਹਿਮਤੀ ਨਾ ਹੋਵੇ, ਉਸ ਨੂੰ ਵੀ ਹੱਲ ਕਰ ਲਿਆ ਜਾਵੇਗਾ। ਬਾਕੀ ਆਪਣੇ ਮੁੱਦਿਆਂ ਤੇ ਕੰਮ ਕਰ ਰਹੇ ਨੇ। ਹੁਣ ਲੋਕਾਂ ਨੇ ਦੇਖਣਾ ਕਿ ਆਉਣ ਵਾਲੀ 20 ਫਰਵਰੀ ਨੂੰ ਕਿਸ ਨੂੰ ਚੁਣਦੇ ਨੇ, 10 ਮਾਰਚ ਨੂੰ ਪੰਜਾਬ ਦਾ ਨਤੀਜਾ ਕੀ ਹੋਵੇਗਾ।